ਹੈਲੋ ਸਟੂਡੈਂਟਸ। ਲਾਸਟ ਟਾਈਮ ਤੁਹਾਡੇ ਨਾਲ ਮੋਲ ਫ੍ਰੈਕਸ਼ਨ ਦੇ ਬਾਰੇ ਡਿਸਕਸ ਕੀਤਾ ਗਿਆ ਸੀ ਤੇ ਅੱਜ ਨਮੈਰੀਕਲ ਕਰਾਂਗੇ ਆਪਾਂ ਮੋਲ ਫ੍ਰੈਕਸ਼ਨ ਤੇ ਬੇਸਡ। ਤੇ ਇੱਕ ਨਮੈਰੀਕਲ ਹੈ ਇਹਦੇ ਚ ਮੋਲ ਫ੍ਰੈਕਸ਼ਨ ਤੇ ਮੋਲੈਲਿਟੀ ਦੋਨੋਂ ਦੇ ਬਾਰੇ ਇਕੱਠਿਆਂ ਹੀ ਇੱਥੇ ਡਿਸਕਸ਼ਨ ਕੀਤੀ ਜਾ ਰਹੀ ਹੈ। ਨਮੈਰੀਕਲ ਹੈ ਕਿ 2.82 ਗ੍ਰਾਮ ਆਫ ਗਲੂਕੋਜ਼, ਜਿਸ ਦਾ ਮੋਲੀਕੂਲਰ ਫਾਰਮੂਲਾ ਹੁੰਦਾ ਹੈ C6H12O6, ਆਰ ਡਿਜ਼ੋਲਵਡ ਇਨ 30 ਗ੍ਰਾਮ ਆਫ ਵਾਟਰ। ਕੈਲਕੂਲੇਟ ਮੋਲੈਲਿਟੀ ਐਂਡ ਮੋਲ ਫ੍ਰੈਕਸ਼ਨ ਆਫ ਗਲੂਕੋਜ਼ ਐਂਡ ਵਾਟਰ। ਸੋ ਮੋਲੈਲਿਟੀ ਪਹਿਲਾਂ ਫਾਈਂਡ ਆਊਟ ਕਰਾਂਗੇ ਆਪਾਂ। ਇਹਦੀ ਪਤਾ ਹੈ ਸਾਨੂੰ ਕਿ ਮੋਲੈਲਿਟੀ ਦਾ ਰਿਲੇਸ਼ਨ ਹੁੰਦਾ ਹੈ ਨੰਬਰ ਆਫ ਮੋਲਸ ਆਫ ਸੋਲਿਊਟ ਓਵਰ weight ਆਫ ਸੋਲਵੈਂਟ ਇਨ ਗ੍ਰਾਮਸ ਇਨਟੂ 1000। weight ਆਫ ਸੋਲਵੈਂਟ ਡਾਇਰੈਕਟਲੀ ਸਾਨੂੰ ਗਿਵਨ ਹੈ, ਇੱਥੇ ਵਾਟਰ ਇੱਥੇ ਸੋਲਵੈਂਟ ਹੈ ਤੇ weight 30 ਗ੍ਰਾਮ ਹੈ ਉਹਦਾ। ਨੰਬਰ ਆਫ ਮੋਲਸ ਆਪਾਂ ਕੈਲਕੂਲੇਟ ਕਰਾਂਗੇ। ਗਿਵਨ ਮਾਸ ਹੈ 2.82 ਗ੍ਰਾਮ ਤੇ ਮੋਲਰ ਮਾਸ ਗਲੂਕੋਜ਼ ਦਾ ਜੋ ਹੈ ਉਹ 180 ਗ੍ਰਾਮ ਹੁੰਦਾ। ਇਸ ਤੋਂ ਬਾਅਦ ਡਿਵਾਈਡ ਕਰਕੇ ਨੰਬਰ ਆਫ ਮੋਲਸ ਆ ਜਾਂਦੇ ਆ ਸਾਡੇ ਕੋਲ 0.01567 ਤੇ weight ਆਫ ਸੋਲਵੈਂਟ ਤੁਹਾਨੂੰ ਦੱਸਿਆ ਸੀ ਗਿਵਨ ਹੈ 30 ਗ੍ਰਾਮ। ਦੋਨੋਂ ਵੈਲਿਊਜ਼ ਜੋ ਨੇ ਉਹ ਇਕੁਏਸ਼ਨ ਨੰਬਰ 1 ਜੋ ਆ ਦਿੱਤੀ ਗਈ ਹੈ ਸਾਡੇ ਕੋਲ ਮੋਲੈਲਿਟੀ ਦੀ, ਉਹਦੇ 'ਚ ਆਪਾਂ ਪੁੱਟ ਕਰਾਂਗੇ। ਨੰਬਰ ਆਫ ਮੋਲਸ ਪੁੱਟ ਕੀਤੇ, weight ਆਫ ਸੋਲਵੈਂਟ ਇਨਟੂ 1000 ਤੇ ਇਹ ਕੈਲਕੂਲੇਟ ਕਰਕੇ ਸਾਡੇ ਕੋਲ ਵੈਲਿਊ ਆ ਜਾਂਦੀ ਹੈ ਮੋਲੈਲਿਟੀ ਦੀ 0.522 ਮੋਲਲ ਜਾਂ ਫਿਰ ਮੋਲ ਪਰ ਕਿਲੋਗ੍ਰਾਮ ਜੋ ਹੈ ਇਸ ਦੇ ਯੂਨਿਟਸ ਹੁੰਦੇ ਆ। ਇਸ ਤੋਂ ਬਾਅਦ ਸੈਕਿੰਡ ਆਪਾਂ ਇਹਦੇ 'ਚ ਮੋਲ ਫ੍ਰੈਕਸ਼ਨ ਕੈਲਕੂਲੇਟ ਕਰਾਂਗੇ। ਪਤਾ ਹੈ ਸਾਨੂੰ ਮੋਲ ਫ੍ਰੈਕਸ਼ਨ ਦਾ ਮੈਥਡ ਹੁੰਦਾ ਹੈ number of moles of one component over total number of moles present in the solution, means number of moles of solute plus number of moles of solvent। ਤੇ ਇੱਥੇ ਕੁਐਸਚਨਸ ਗਿਵਨ ਸੀ ਤੁਹਾਨੂੰ ਕਿ ਮੋਲ ਫ੍ਰੈਕਸ਼ਨ ਗਲੂਕੋਜ਼ ਦੀ ਵੀ ਪਤਾ ਕਰਨੀ ਹੈ, ਸਲਿਊਟ ਦੀ ਵੀ ਤੇ ਸੋਲਵੈਂਟ ਵਾਟਰ ਦੀ ਵੀ। ਤੇ ਇੱਥੇ ਫਿਰ ਨੈਕਸਟ ਸਭ ਤੋਂ ਪਹਿਲਾਂ ਨੰਬਰ ਆਫ ਮੋਲਸ ਇਹਨਾਂ ਦੋਨਾਂ ਦੇ ਕੈਲਕੂਲੇਟ ਕਰਾਂਗੇ। ਨੰਬਰ ਆਫ ਮੋਲਸ ਆਫ ਗਲੂਕੋਜ਼ ਪਹਿਲਾਂ ਵੀ ਆਪਾਂ ਕੈਲਕੂਲੇਟ ਕੀਤੇ, ਗਿਵਨ ਮਾਸ ਅਪੋਨ ਮੋਲਰ ਮਾਸ 0.0157 ਜਾਂ 0.01567 ਲਿਖ ਸਕਦੇ ਹਾਂ ਜਿਵੇਂ ਲਿਖਿਆ ਸੀ ਆਪਾਂ। ਇਸੇ ਤਰ੍ਹਾਂ ਨੰਬਰ ਆਫ ਮੋਲਸ ਆਫ ਵਾਟਰ, ਗਿਵਨ ਮਾਸ ਵਾਟਰ ਦਾ 30 ਗ੍ਰਾਮ ਦਿੱਤਾ ਹੋਇਆ ਤੇ ਮੋਲਰ ਮਾਸ ਵਾਟਰ ਦਾ ਜੋ ਹੈ ਉਹ 18 ਹੁੰਦਾ। ਇਹ ਕੈਲਕੂਲੇਟ ਕਰਕੇ ਵੈਲਿਊ ਆ ਜਾਂਦੀ ਹੈ ਸਾਡੇ ਕੋਲ 1.67। ਤੇ ਇਸੇ ਤਰ੍ਹਾਂ ਮੋਲ ਫ੍ਰੈਕਸ਼ਨ ਪਹਿਲਾਂ ਆਪਾਂ ਗਲੂਕੋਜ਼ ਦੀ ਕੈਲਕੂਲੇਟ ਕਰਾਂਗੇ। ਸਲਿਊਟ ਲਿਆ ਜਾਂਦਾ ਇਹਨੂੰ ਗਲੂਕੋਜ਼ ਨੂੰ, ਮੀਨਸ ਐਕਸ ਬੀ ਦੀ ਵੈਲਿਊ ਫਾਈਂਡ ਆਊਟ ਕਰਾਂਗੇ। ਇਹ ਹੁੰਦੀ ਹੈ NB ਅਪੋਨ NA ਪਲੱਸ NB। ਤੇ ਇੱਥੇ ਨੰਬਰ ਆਫ ਮੋਲਸ ਆਫ ਸਲਿਊਟ ਨੇ 0.0157 ਡਿਵਾਈਡਡ ਬਾਈ 1.67 ਪਲੱਸ 0.0157 ਤੇ ਇਹ ਕੈਲਕੂਲੇਟ ਕਰਕੇ ਵੈਲਿਊ ਆ ਜਾਂਦੀ ਹੈ ਸਾਡੇ ਕੋਲ 0.009। ਮੋਲ ਫ੍ਰੈਕਸ਼ਨ ਆਫ ਸਲਿਊਟ ਆ ਗਈ ਤੇ ਨੈਕਸਟ ਮੋਲ ਫ੍ਰੈਕਸ਼ਨ ਆਫ ਸੋਲਵੈਂਟ ਦੈਟ ਇਜ਼ ਵਾਟਰ। ਤੇ ਇਹ ਆ ਜਾਂਦੀ ਹੈ ਵੈਲਿਊ ਸਾਡੇ ਕੋਲ XA ਇਜ਼ ਇਕੁਅਲ ਟੂ NA ਅਪੋਨ NA ਪਲੱਸ NB। ਨੰਬਰ ਆਫ ਮੋਲਸ ਆਫ ਸੋਲਵੈਂਟ ਅਪੋਨ ਨੰਬਰ ਆਫ ਮੋਲਸ ਆਫ ਸੋਲਵੈਂਟ ਪਲੱਸ ਸਲਿਊਟ। ਤੇ ਇਹ ਕੈਲਕੂਲੇਟ ਕਰਕੇ ਵੈਲਿਊ ਆ ਜਾਂਦੀ ਹੈ 0.991। ਇਸ ਤਰ੍ਹਾਂ ਵੀ ਇਹ ਦੋਨੋਂ ਅਲੱਗ-ਅਲੱਗ ਵੈਲਿਊਜ਼ ਵੀ ਕੈਲਕੂਲੇਟ ਕੀਤੀਆਂ ਜਾ ਸਕਦੀਆਂ, ਜਾਂ ਫਿਰ ਇੱਕ ਦੀ ਵੈਲਿਊ ਕੈਲਕੂਲੇਟ ਕਰ ਲਈਏ ਤਾਂ ਸਾਡੇ ਕੋਲ ਇੱਕ ਰਿਲੇਸ਼ਨ ਹੈ ਕਿ XA ਪਲੱਸ XB ਇਜ਼ ਇਕੁਅਲ ਟੂ 1। ਸੋ ਇੱਕ ਦੀ ਵੈਲਿਊ ਪਤਾ ਚੱਲ ਗਈ, XB ਫਿਰ ਜੋ ਹੈ ਉਹ 1 ਮਾਈਨਸ XA, ਜਾਂ ਫਿਰ XA ਪਤਾ ਕਰਨਾ ਹੋਵੇ 1 ਮਾਈਨਸ XB। ਇਸ ਤਰ੍ਹਾਂ ਵੀ ਇਹ ਵੈਲਿਊ ਫਾਈਂਡ ਆਊਟ ਕੀਤੀ ਜਾ ਸਕਦੀ। ਸੋ ਇਹ ਸੀ ਮੋਲ ਫ੍ਰੈਕਸ਼ਨ। ਇਸ ਤੋਂ ਬਾਅਦ ਨੈਕਸਟ ਮੈਥਡ ਜੋ ਹੈ ਉਹ ਡਿਸਕਸ ਕਰਾਂਗੇ ਆਪਾਂ ਨੋਰਮੈਲਿਟੀ। ਨੋਰਮੈਲਿਟੀ ਤੇ ਮੋਲੈਰਿਟੀ ਦੋਨਾਂ ਦੇ ਵਿੱਚ ਰਿਲੇਸ਼ਨ ਹੁੰਦਾ ਆਪਸ ਦੇ ਵਿੱਚ। ਨੋਰਮੈਲਿਟੀ ਦੇ ਵਿੱਚ ਨੰਬਰ ਆਫ ਗ੍ਰਾਮ ਇਕੁਵਲੈਂਟਸ ਲਏ ਜਾਂਦੇ ਆ ਤੇ ਮੋਲੈਰਿਟੀ ਦੇ ਵਿੱਚ ਨੰਬਰ ਆਫ ਮੋਲਸ ਆਫ ਸਲਿਊਟ ਲਏ ਜਾਂਦੇ ਨੇ। ਸੋ ਇਹਦੇ ਬਾਰੇ ਬਾਅਦ 'ਚ ਆਪਾਂ ਡਿਸਕਸ਼ਨ ਕਰਦੇ ਹਾਂ। ਪਹਿਲਾਂ ਨੋਰਮੈਲਿਟੀ ਦੇ ਬਾਰੇ ਡਿਸਕਸ ਕਰੀਏ। ਇਟ ਇਜ਼ ਦ ਨੰਬਰ ਆਫ ਗ੍ਰਾਮ ਇਕੁਵਲੈਂਟਸ ਆਫ ਸਲਿਊਟ ਡਿਜ਼ੋਲਵਡ ਪਰ ਲੀਟਰ ਆਫ ਦਾ ਸਲਿਊਸ਼ਨ, ਕਿ 1 ਲੀਟਰ ਸਲਿਊਸ਼ਨ ਦੇ ਵਿੱਚ ਸਲਿਊਟ ਦੇ ਕਿੰਨੇ ਨੰਬਰ ਆਫ ਗ੍ਰਾਮ ਇਕੁਵਲੈਂਟਸ ਪ੍ਰੈਜ਼ੈਂਟ ਨੇ। ਤੇ ਇੱਥੇ ਰਿਲੇਸ਼ਨ ਲਿਖਿਆ N ਇਜ਼ ਇਕੁਅਲ ਟੂ ਦਿਸ। ਇੱਥੇ ਵੋਲਿਊਮ ਪਹਿਲਾਂ ਹੀ ਮੈਂ ਮਿਲੀ ਲੀਟਰ ਦੇ ਵਿੱਚ ਲੈ ਕੇ ਨਾਲ 1000 ਦੇ ਨਾਲ ਮਲਟੀਪਲਾਈ ਕੀਤਾ। ਤੇ ਨੰਬਰ ਆਫ ਗ੍ਰਾਮ ਇਕੁਵਲੈਂਟਸ ਫਿਰ ਜਿਹੜੇ ਨੇ ਕਿਵੇਂ ਕੈਲਕੂਲੇਟ ਕੀਤੇ ਜਾਂਦੇ ਆ, ਇਸ ਦਾ ਵੀ ਰਿਲੇਸ਼ਨ ਅੱਗੇ ਦਿੱਤਾ ਹੋਇਆ। ਨੰਬਰ ਆਫ ਗ੍ਰਾਮ ਇਕੁਵਲੈਂਟਸ ਇਜ਼ ਇਕੁਅਲ ਟੂ ਮਾਸ ਆਫ ਸਲਿਊਟ ਅਪੋਨ ਇਕੁਵਲੈਂਟ ਮਾਸ। ਹੁਣ ਇਹ ਸਾਡੇ ਲਈ ਨਵੀਂ ਚੀਜ਼ ਹੈ ਇੱਥੇ, ਇਕੁਵਲੈਂਟ ਮਾਸ। ਇਕੁਵਲੈਂਟ ਮਾਸ ਫਿਰ ਕੈਲਕੂਲੇਟ ਕਰਨ ਦਾ ਨੈਕਸਟ ਇੱਕ ਹੋਰ ਰਿਲੇਸ਼ਨ ਹੈ ਇਹ, ਮੋਲਰ ਮਾਸ ਡਿਵਾਈਡਡ ਬਾਈ ਐਸਿਡਿਟੀ ਔਰ ਬੇਸਿਸਿਟੀ। ਕਿ ਜੋ ਵੀ ਸਬਸਟੈਂਸ ਸਾਨੂੰ ਗਿਵਨ ਹੈ
उसका मोलर मास कितना है, जेकर वो सबसटेंस एसिड है तो उसकी बेसिसिटी कितनी है, जेकर वो सबसटेंस बेस है तो उसकी एसिडिटी कितनी है। तो ये +1 ਦੇ ਵਿੱਚ ਵੀ ਤੁਹਾਡੇ ਨਾਲ ਡਿਸਕਸ ਕੀਤਾ ਗਿਆ ਸੀ कि जेकर कोई एसिड है उस दे विच किन्ने नंबर ऑफ H पॉजिटिव आयन्स वो एसिड रिलीज़ कर सकता है, तो उसनूं उसकी बेसिसिटी कहा जाता है। जिवें सल्फ्यूरिक एसिड है, 2 H पॉजिटिव आयन्स सल्फ्यूरिक एसिड रिलीज़ कर सकता है, इस करके उसकी बेसिसिटी 2 होंदी है। इस तरह जेकर कोई बेस होवे तो बेस किन्ने नंबर ऑफ OH नैगेटिव आयन्स रिलीज़ कर सकता है, उसनूं उसकी एसिडिटी कहा जाता है। जिवें सोडियम हाइड्रोक्साइड है NaOH, उस दे विच एक OH हुंदा है ते एक OH रिलीज़ करके उसकी एसिडिटी 1 बन जाती है। सो इस तरह ही इक्विवेलेंट मास कैलकुलेट किया जाता है। इक्विवेलेंट मास की वैल्यू पुट करके फिर साडे कोल नंबर ऑफ ग्राम इक्विवेलेंट्स ते नंबर ऑफ ग्राम इक्विवेलेंट्स की वैल्यू पुट करके नॉर्मैलिटी कैलकुलेट की जाती है। तो इसका फिर एक न्यूमैरिकल है वो आप नैक्सट इत्थे डिस्कस करांगे। न्यूमैरिकल है साडे कोल, कैलकुलेट द नॉर्मैलिटी ऑफ सोल्यूशन कंटेनिंग 31.5 ग्राम ऑफ हाइड्रेटेड ऑक्सैलिक एसिड, हाइड्रेटेड जिस दे विच वाटर प्रेजेंट होवे। सो ये फॉर्मूला है ऑक्सैलिक एसिड का C2H2O4 ते नाल उसदे 2 मॉलिक्यूल्स वाटर दे गिवन ने इन 1250 मिलीलीटर ऑफ सोल्यूशन। सो रिलेशन पता है सानू सारिਆਂ ਨੂੰ कि नॉर्मैलिटी जो है नंबर ऑफ ग्राम इक्विवेलेंट्स ऑफ सल्यूट ओवर वॉल्यूम ऑफ सोल्यूशन इन मिलीलीटर्स इंटू 1000। सो इत्थे नंबर ऑफ ग्राम इक्विवेलेंट्स कैलकुलेट करांगे। इसका रिलेशन लिखा होया गिवन मास अपॉन इक्विवेलेंट मास। इक्विवेलेंट मास पता करन दा रिलेशन मोलर मास अपॉन इत्थे बेसिसिटी लिखा होया क्योंकि ऑक्सैलिक एसिड है, सो एसिड दी बेसिसिटी। इत्थे देखिए आपां आ साडे कोल ऑक्सैलिक एसिड दा फार्मूला ते इस दे विच 2 हाइड्रोजन प्रेजेंट ने। वाटर मॉलीक्यूल के हाइड्रोजन इस दे विच कंसीडर नहीं किए जाते, सिर्फ और सिर्फ जो कंपाउंड का ओन फॉर्मूला है, अपना फॉर्मूला है, उस दे विच जिन्ने हाइड्रोजन होंदे आ उन्हां नूं ही गिणिया जाता है। सो इत्थे 2 हाइड्रोजन ने, इट मीनस ऑक्सैलिक एसिड की बेसिसिटी 2 है। सो इत्थे बेसिसिटी की वैल्यू 2 तो ऑक्सैलिक एसिड का जो मोलर मास है, मॉलीक्यूलर मास, वो सारा ही वाटर मॉलीक्यूल इनकलूड करके जो है वो 126 ग्राम होंदा है। सो मोलर मास डिवाइडेड बाय बेसिसिटी तो इसकी वैल्यू आ जाती है 63। इक्विवेलेंट मास आ गया साढ़े कोल ते इस रिलेशन दे विच नंबर ऑफ ग्राम इक्विवेलेंट्स दे विच गिवन मास है 31.5 ग्राम तो इक्विवेलेंट मास जो है वो 63 ग्राम हो गया। सो दोनों को डिवाइड करके वैल्यू आ जाती है 0.5। सो इस तरह नॉर्मैलिटी इक्वेशन दे विच वैल्यू पुट की जाती है नंबर ऑफ ग्राम इक्विवेलेंट्स 0.5, वॉल्यूम ऑफ सोल्यूशन है 1250 ml, वो पुट कर लिया इंटू 1000। सो ये डिवाइड करके वैल्यू आ जाती है साढ़े कोल 0.4 नॉर्मल। सो ये सी न्यूमैरिकल नॉर्मैलिटी ते बेस्ड। थैंक यू।